ਸਭ ਤੋਂ ਪਹਿਲਾਂ ਤਾਂ ਮੈਂ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢਿਆ। ਇਹ ਜਿਹੜੀ ਭਾਰਤ ਜੋੜੋ ਯਾਤਰਾ ਦੇ ਸੰਬੰਧ ਦੇ ਵਿੱਚ ਇਹ 2 ਦਿਨ ਜਿਹੜੀਆਂ 7 ਕੌਂਸਟੀਚੁਐਂਸੀਆਂ ਹੁਸ਼ਿਆਰਪੁਰ ਦੀਆਂ, ਉਹਦੇ ਵਿੱਚ ਹਰ ਕੌਂਸਟੀਚੁਐਂਸੀ ਦੇ ਵਿੱਚ ਬਹੁਤ ਵਧੀਆ ਹੁੰਗਾਰਾ ਜਿਹੜਾ ਇਹਦੇ ਵਿੱਚ ਮਿਲਿਆ। ਔਰ ਮੈਂ ਸਮਝਦਾ ਕਿ ਲੋਕ ਮਨ ਤੋਂ ਜਿਹੜਾ ਹੈ ਇਸ ਯਾਤਰਾ ਨਾਲ ਜੁੜਨ ਲਈ ਤਿਆਰ ਹੈ। ਉਹਦਾ ਕਾਰਨ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਆ ਕਿ ਜਦੋਂ ਵੀ ਕਿਸੇ ਇੰਸਟੀਚਿਊਸ਼ਨ ਨੂੰ ਡਿਮੋਲਿਸ਼ ਕੀਤਾ ਜਾਂਦਾ ਜਾਂ ਸਮਾਜ ਨੂੰ ਅਲੱਗ-ਅਲੱਗ ਸੁਸਾਇਟੀ ਦੇ ਵਿੱਚ ਵੰਡ ਕੇ ਦੇਖਿਆ ਜਾਂਦਾ ਤੇ ਉਹਦੇ ਲਈ ਸਮਾਜ ਜਿਹੜਾ ਇਕੱਠਾ ਹੁੰਦਾ। ਔਰ ਪੰਜਾਬ ਇਹਦੇ ਲਈ ਹਮੇਸ਼ਾ ਜਾਣਿਆ ਜਾਂਦਾ ਕਿ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ, ਉਹਦੇ ਵਿੱਚ ਪਹਿਲਾਂ ਇਨਸਾਨੀਅਤ ਦੀ ਗੱਲ ਹੋਈ ਆ, ਬਾਅਦ ਵਿੱਚ ਜਾਤ ਤੇ ਧਰਮ ਦੀ ਗੱਲ ਹੋਈ ਆ। ਔਰ ਖਾਸ ਕਰਕੇ ਬੀਜੇਪੀ ਔਰ ਇਹਨਾਂ ਦੀ ਬੀ ਟੀਮ ਜਿਹੜੀ ਆਮ ਆਦਮੀ ਪਾਰਟੀ ਆ, ਉਹ ਅਸਲੀ ਗੱਲ ਹੈ ਇੱਕੋ ਹੀ ਏਜੰਡੇ 'ਤੇ ਕੰਮ ਕਰਦੀਆਂ ਤਾਂ ਕਿ ਇੱਕੋ ਹੀ ਸੋਚ, ਇੱਕ ਵਿਚਾਰਧਾਰਾ ਦੀ ਪਾਰਟੀ ਜਿਹੜੀ ਆ ਇਸ ਦੇਸ਼ ਦੇ ਵਿੱਚ ਜਿਹੜਾ ਉਹ ਰਾਜ ਕਰੇ। ਪਰ ਮੈਨੂੰ ਲੱਗਦਾ ਕਿ ਲੋਕ ਇਹਨੂੰ ਨਕਾਰਨ ਲਈ ਕਾਹਲੇ ਹੋ ਗਏ ਆ। ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਮੈਂ ਤਾਂ ਸਾਰੇ ਜਿੰਨੀ 7 ਜਗ੍ਹਾ ਗਿਆ, ਮੈਂ ਉੱਥੇ ਇੱਕੋ ਗੱਲ ਕਹੀ ਆ ਵੀ ਜੇ ਆਉਣਾ ਹੋਇਆ ਤਾਂ ਦਿਲੋਂ ਆਇਓ, ਨਹੀਂ ਤਾਂ ਨਾ ਆਇਓ। ਕਿਉਂਕਿ ਜੇ ਦਿਲੋਂ ਨਹੀਂ ਤੁਸੀਂ ਤੁਰਦੇ, ਕਿਉਂਕਿ ਜਦੋਂ ਵੀ ਇੰਸਟੀਚਿਊਸ਼ਨਸ ਜਿਹੜੀਆਂ ਉਹ ਢਹਿ ਢੇਰੀ ਹੁੰਦੀਆਂ ਅਤੇ ਉਦੋਂ ਸੁਸਾਇਟੀ ਦਾ ਅਤੇ ਦੇਸ਼ ਦਾ ਨੁਕਸਾਨ ਬਹੁਤ ਹੁੰਦਾ ਅਤੇ ਉਹਦਾ ਆਪਾਂ ਹਿੱਸੇਦਾਰ ਬਣੀਏ। ਆਪਣਾ ਵੀ ਤਾਂ ਫਰਜ਼ ਬਣਦਾ ਕਿ ਆਉਣ ਵਾਲੀ ਪੀੜ੍ਹੀ ਲਈ ਆਪਾਂ ਜਿਹੜੀਆਂ ਉਹ ਜਿਹੜੀਆਂ ਚੀਜ਼ਾਂ ਉਹ ਕਰਕੇ ਜਾਈਏ ਤਾਂ ਕਿ ਸਾਡਾ ਸਮਾਜ, ਕਿਉਂਕਿ ਇਹ ਦੇਸ਼ ਜਿਹੜਾ ਆ ਇਹਦੀ ਬਿਊਟੀ ਇਹ ਆ ਕਿ ਇਹ ਜਾਤਾਂ, ਧਰਮ, ਅਲੱਗ-ਅਲੱਗ ਪਹਿਰਾਵੇ ਦੇ ਲੋਕ, ਅਲੱਗ-ਅਲੱਗ ਬੋਲੀ ਦੇ ਲੋਕ, ਇਹ ਇਕੱਠੇ ਹੋ ਕੇ ਦੇਸ਼ ਬਣਦਾ। ਸੋ ਇਸ ਕਰਕੇ ਇਹਨੂੰ ਕਿਤੇ ਪੋਲਰਾਈਜੇਸ਼ਨ ਕਰਕੇ ਪੋਲੀਟੀਕਲ ਫਾਇਦੇ ਤਾਂ ਤੁਸੀਂ ਲੈ ਸਕਦੇ ਆ, ਪਰ ਦੇਸ਼ ਇਹਦੇ ਨਾਲ ਅੱਗੇ ਨਹੀਂ ਵੱਧ ਸਕਦਾ। ਕਿਉਂਕਿ ਜਦੋਂ ਵੀ ਕਿਤੇ ਗੱਲ ਹੁੰਦੀ ਆ ਇਕਨੋਮਿਕ ਪੋਲਿਸੀ ਦੀ, ਉਦੋਂ ਜਾਂ ਤਾਂ ਪਾਕਿਸਤਾਨ ਦੀ ਗੱਲ ਚੱਲ ਪੈਂਦੀ ਆ, ਜਾਂ ਜੇ ਇੰਟਰਨਲ ਸਿਕਿਉਰਿਟੀ ਦੀ ਗੱਲ ਹੁੰਦੀ ਆ ਤਾਂ ਪਾਕਿਸਤਾਨ ਦੀ ਗੱਲ ਚੱਲ ਪੈਂਦੀ ਆ, ਜਾਂ ਕਿਸੇ ਕ੍ਰਿਕਟਰ ਦੀ ਗੱਲ ਚੱਲ ਪੈਂਦੀ ਆ, ਜਾਂ ਕਿਸੇ ਐਕਟਰ ਦੀ ਗੱਲ ਚੱਲ ਪੈਂਦੀ ਆ। ਪਰ ਅਸਲੀ ਮੁੱਦਿਆਂ ਤੋਂ ਜਿਹੜਾ ਆ ਉਹਦੀ ਡਿਵਰਸੀਫਿਕੇਸ਼ਨ ਹਮੇਸ਼ਾ ਹੁੰਦੀ ਆ। ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ, ਕਿਉਂਕਿ ਦੇਖੋ ਡੈਮੋਕ੍ਰੇਸੀ ਦੇ ਜਿਹੜੇ ਚਾਰੇ ਥੰਮ ਆ ਉਹਦਾ ਆਪਣਾ ਆਪਣਾ ਰੋਲ ਆ। ਬਹੁਤ ਬਿਊਟੀਫੁਲੀ ਡਿਜ਼ਾਈਨਡ ਪ੍ਰੋਗਰਾਮ ਹੈ। ਜਦੋਂ ਉਹਦੇ ਵਿੱਚੋਂ ਕਿਤੇ ਵੀ ਕਮਜ਼ੋਰੀ ਦਿਖਦੀ ਆ ਅਤੇ ਉਹਦਾ ਨੁਕਸਾਨ ਜਿਹੜਾ ਆ ਡੈਮੋਕ੍ਰੇਸੀ ਨੂੰ ਹੁੰਦਾ ਆ, ਚਾਹੇ ਉਹ ਪੋਲੀਟੀਕਲ ਲੈਵਲ 'ਤੇ ਹੋਵੇ, ਚਾਹੇ ਐਗਜ਼ੈਕਟਿਵ ਦੇ ਲੈਵਲ 'ਤੇ ਹੋਵੇ, ਚਾਹੇ ਜੁਡੀਸ਼ੀਅਲ ਸਿਸਟਮ ਦੇ ਲੈਵਲ 'ਤੇ ਹੋਵੇ। ਆ ਪਿੱਛੇ ਜਿਹੇ ਆਮ ਆਦਮੀ ਪਾਰਟੀ ਨੇ ਵੀ ਪ੍ਰੈਸ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਆ, ਤੋ ਜਿਹਦਾ ਹੁੰਗਾਰਾ ਪੰਜਾਬੀਆਂ ਨੇ ਬਹੁਤ ਜ਼ਬਰਦਸਤੀ ਉਹਨਾਂ ਨੂੰ ਜਿਹੜਾ ਉਹ ਦਿੱਤਾ ਹੈਗਾ। ਔਰ ਖਾਸ ਕਰਕੇ ਜਿੱਦਾਂ ਦਿੱਲੀ ਦੇ ਵਿੱਚ ਦੇਖੋ, ਮੈਂ ਨਹੀਂ ਕਹਿੰਦਾ ਸਾਰੇ ਨਾ ਪੱਤਰਕਾਰ ਅਤੇ ਨਾ ਸਾਰੇ ਮੀਡੀਆ ਹਾਊਸ ਉਹਦਾ ਹਿੱਸਾ ਨਹੀਂ ਹੈਗਾ, ਲੇਕਿਨ ਨੰਬਰ ਬਹੁਤ ਆ ਜਿਹੜਾ ਉਹਦਾ ਹਿੱਸਾ ਹੈਗਾ, ਜਿਹੜਾ ਇੱਦਾਂ ਦੀਆਂ ਖਾਸ ਕਰਕੇ ਜਿਹੜੀਆਂ IT ਸੈੱਲ ਹੈਗੇ ਆ ਉਹ ਮਿਸ ਇਨਫੋਰਮੇਸ਼ਨ ਫੈਲਾ ਕੇ, ਈਵਨ ਕਿ ਰਾਹੁਲ ਗਾਂਧੀ ਦੀ ਪਰਸੈਪਸ਼ਨ ਵੀ ਜਿਹੜੀ ਉਹਦੇ ਵਿੱਚ ਖਰਾਬ ਕੀਤੀ ਗਈ। ਕਿਉਂਕਿ ਕਈ ਵਾਰੀ ਦੇਖੋ ਪੰਜਾਬੀ ਭੋਲੇ ਵੀ ਆ ਕਈਆਂ ਚੀਜ਼ਾਂ ਦੇ ਵਿੱਚ, ਉਹ ਸੋਚਦੇ ਆ ਵੀ ਸ਼ਾਇਦ ਜਿਹੜੀ ਸੋਸ਼ਲ ਮੀਡੀਆ 'ਤੇ ਗੱਲ ਆ ਰਹੀ ਆ ਵੀ ਸ਼ਾਇਦ ਉਹ 100% ਸੱਚ ਹੀ ਆ, ਪਰ ਉਹਦੇ 'ਚ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ IT ਵਿੰਗ ਜਿਹੜੇ ਆ ਉਹਨੂੰ ਡਿਜ਼ਾਈਨ ਕਰਕੇ, ਉਹ ਪ੍ਰੋਪਰਲੀ ਉਹਨੂੰ ਫੀਡ ਕਰਕੇ ਅਤੇ ਲੋਕਾਂ ਦੇ ਵਿੱਚ ਪਹੁੰਚਾਉਂਦਾ ਤਾਂ ਕਿ ਜਿਹੜੀ ਮਿਸ ਇਨਫੋਰਮੇਸ਼ਨ ਆ ਪਹੁੰਚ ਸਕੇ। ਸੋ ਮੈਨੂੰ ਲੱਗਦਾ ਇਹ ਡੈਮੋਕ੍ਰੇਸੀ ਲਈ ਬਹੁਤ ਵੱਡਾ ਇੱਕ ਚੈਲੰਜ ਵੀ ਆ, ਔਰ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਆ ਕਿ ਇਹਨਾਂ ਚੀਜ਼ਾਂ ਨੂੰ ਨਕਾਰ ਕੇ, ਕਿਉਂਕਿ ਜਦੋਂ ਇੰਸਟੀਚਿਊਸ਼ਨਸ ਖੜੀਆਂ ਰਹਿਣਗੀਆਂ ਉਸ ਦੇਸ਼ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ। ਪਰ ਜਦੋਂ ਇੰਸਟੀਚਿਊਸ਼ਨਸ ਤੁਸੀਂ ਢਹਿ ਢੇਰੀ ਕਰ ਦਿਓਗੇ ਅਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਦਿਓਗੇ, ਪਾਰਟੀ ਭਾਵੇਂ ਕੋਈ ਜਿੱਤ ਸਕਦੀ ਆ ਲੇਕਿਨ ਉਹਦੇ ਦੇਸ਼ ਨਹੀਂ ਜਿਹੜਾ ਅੱਗੇ ਵੱਧ ਸਕਦਾ। ਉਹ ਜਿਹੜਾ ਰਾਹੁਲ ਗਾਂਧੀ ਨੇ ਇਨੀਸ਼ੀਏਟਿਵ ਲਿਆ, ਚਾਹੇ ਮੇਰੀ ਬੈਕਗਰਾਊਂਡ ਸਪੋਰਟਸ ਦੀ ਆ, ਪਰ ਮੈਨੂੰ ਲੱਗਦਾ ਮੈਂ ਵੀ 4000 ਕਿਲੋਮੀਟਰ 125 ਦਿਨ ਦੇ ਵਿੱਚ ਨਹੀਂ ਚੱਲ ਸਕਦਾ, ਕਿਉਂਕਿ ਇਹ ਸਿਰਫ ਯਾਤਰਾ ਹੀ ਨਹੀਂ ਹੈ, ਇੱਕ ਸੁਨੇਹਾ ਆ ਸਮਾਜ ਨੂੰ, ਇੱਕ ਉਹਨਾਂ ਤਾਕਤਾਂ ਨੂੰ ਸੁਨੇਹਾ ਆ ਕਿ ਸਾਡਾ ਜਿਹੜਾ ਹਿੰਦੁਸਤਾਨ ਆ ਉਹ ਇੱਦਾਂ ਦਾ ਨਹੀਂ ਹੈਗਾ ਜਿਹਦੇ ਵਿੱਚ ਤੁਸੀਂ ਇੱਦਾਂ ਇਹਨਾਂ ਨੂੰ ਡਿਵਾਈਡ ਕਰਕੇ, ਇਹਨਾਂ ਇੰਸਟੀਚਿਊਸ਼ਨਸ ਨੂੰ ਢਹਿ ਢੇਰੀ ਕਰਕੇ ਅਤੇ ਤੁਸੀਂ ਜਿਹੜਾ ਆ ਦੇਸ਼ ਨੂੰ ਅੱਗੇ ਵਧਾ ਸਕਦੇ ਹੋ। ਸੋ ਮੈਂ ਤੁਹਾਡਾ ਸਾਰਿਆਂ ਦਾ, ਮਿੱਕੀ ਡੋਗਰਾ ਜੀ ਸਾਡੇ ਲਾਲੀ ਜੀ ਦੋਸਤ ਹੈ, ਆਦਮਪੁਰ ਤੋਂ ਸਾਡੇ MLA ਸਾਹਿਬ ਨੇ, ਔਰ ਸਾਡੇ ਕੋਆਰਡੀਨੇਟਰ ਨੇ ਸੁਖਦੇਵ ਜੀ, ਔਰ ਸਾਰੇ ਬਾਕੀ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਮਾਂ ਕੱਢਦੇ ਆ।
ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਜ਼ਿੰਦਗੀ ਦੇ ਵਿੱਚ ਇਨਸਾਨ ਦਾ ਸਭ ਤੋਂ ਕੀਮਤੀ ਸਮਾਂ ਹੀ ਹੁੰਦਾ। ਸਮੇਂ ਸਿਰ ਆਉਣ ਦੀ ਵੀ ਜ਼ਰੂਰਤ ਹੈਗੀ ਆ ਅਤੇ ਸਮਾਂ ਦੇਣ ਲਈ ਤੁਹਾਡਾ ਵੀ ਧੰਨਵਾਦ ਹੈ, ਇਹਨਾਂ ਦਾ ਵੀ ਧੰਨਵਾਦ ਹੈ। ਆਪਾਂ ਰਲ ਕੇ ਆਪਣਾ ਯੋਗਦਾਨ ਪਾਈਏ। ਮੈਂ ਸਾਰਿਆਂ ਨੂੰ ਇੱਕੋ ਹੀ ਅਪੀਲ ਕੀਤੀ ਆ, ਚਾਹੇ ਅੱਧਾ ਕਿਲੋਮੀਟਰ ਤੁਰਿਓ, ਚਾਹੇ 10 ਕਦਮ ਤੁਰਿਓ, ਚਾਹੇ 5 ਕਿਲੋਮੀਟਰ ਤੁਰਿਓ, ਚਾਹੇ 10 ਕਿਲੋਮੀਟਰ ਤੁਰਿਓ, ਪਰ ਤੁਰਿਓ ਦਿਲੋਂ। ਜੇ ਤੁਸੀਂ ਇਹ ਸਮਝੋ ਵੀ ਸ਼ਾਇਦ ਅਸੀਂ ਰੈਲੀ ਦੇ ਤੌਰ 'ਤੇ ਰਾਹੁਲ ਗਾਂਧੀ ਨੂੰ ਕੁਝ ਦਿਖਾਉਣ ਜਾਣਾ ਜਾਂ ਉੱਥੇ ਭੀੜ ਇਕੱਠੀ ਕਰਨੀ ਆ, ਮੈਂ ਤਾਂ ਬੜਾ ਕਲੀਅਰ ਕੱਟ ਕਹਿ ਦਿੰਦਾ ਹੁੰਦਾ ਵੀ ਭਾਈ ਫੇਰ ਭਾਵੇਂ ਨਾ ਆਇਓ, ਦਿਲੋਂ ਜੇ ਆਉਣਾ ਹੈਗਾ ਤੇ ਦਿਲੋਂ ਆਇਓ, ਕਿਉਂਕਿ ਸਮਾਜ ਸਾਡਾ ਹੀ ਆ ਨਾ, ਦੇਸ਼ ਸਾਡਾ ਹੀ ਆ, ਪੰਜਾਬ ਸਾਡਾ ਹੀ ਆ, ਅਤੇ ਅਸੀਂ ਇਹਨੂੰ ਅੱਗੇ ਲੈ ਕੇ ਗਾਂਹ ਤੁਰਨਾ। ਨਹੀਂ ਤਾਂ ਅਦਰਵਾਈਜ਼ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਕੋਸਣਗੀਆਂ ਵੀ ਤੁਸੀਂ ਜਦੋਂ ਡੈਮੋਕ੍ਰੇਸੀ ਦੀਆਂ ਇੰਸਟੀਟਿਊਸ਼ਨਸ ਕਿਤੇ ਢਹਿ ਢੇਰੀ ਹੋ ਰਹੀਆਂ ਸੀ ਅਤੇ ਤੁਸੀਂ ਉਹਦੇ ਵਿੱਚ ਯੋਗਦਾਨ ਨਹੀਂ ਪਾਇਆ। ਸੋ ਉਹਦੇ ਲਈ ਮੈਂ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ ਆਪਣਾ ਸਾਰਥਿਕ ਰੋਲ ਇਹਦੇ ਵਿੱਚ, ਤੁਸੀਂ ਸਾਰਥਿਕ ਰੋਲ ਹਮੇਸ਼ਾ ਪਲੇ ਕਰਦੇ ਆ ਔਰ ਤੁਸੀਂ ਹਮੇਸ਼ਾ, ਕਿਉਂਕਿ ਪੰਜਾਬੀਆਂ ਦੀ ਆਵਾਜ਼ ਨੂੰ ਬਾਕੀ ਹੋਰ ਭਾਵੇਂ ਜੋ ਮਰਜ਼ੀ ਹੋਵੇ, ਪੰਜਾਬੀਆਂ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ, ਅਤੇ ਆਪਾਂ ਉਹ ਜਿਹੜਾ ਰੋਲ ਆ ਉਹ ਆਪਣਾ ਪਲੇ ਕਰੀਏ ਤਾਂ ਕਿ ਅਸੀਂ ਡੈਮੋਕ੍ਰੇਸੀ ਨੂੰ ਵਧੀਆ ਤਰੀਕੇ ਨਾਲ ਅੱਗੇ ਤੋਰ ਸਕੀਏ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਭਾਰਤ ਜੋੜੋ ਯਾਤਰਾ ਦੀ ਗੱਲ ਕੀਤੀ ਜਾ ਰਹੀ ਹੈ, ਪਰੰਤੂ ਦੂਜੇ ਪਾਸੇ ਜੇਕਰ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਅੰਦਰੂਨੀ ਗੁੱਟਬੰਦੀ ਹੈ ਉਹ ਅਜੇ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ, ਜਿਹਦਾ ਖਮਿਆਜ਼ਾ ਜਿਹੜਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਭੁਗਤਣਾ ਪਿਆ। ਹੁਣ ਹੁਸ਼ਿਆਰਪੁਰ ਤੋਂ ਇਹ ਕਾਂਗਰਸੀ ਆਗੂ ਨੇ ਵਿਸ਼ਵਨਾਥ ਬੰਟੀ, ਉਹਨਾਂ ਵੱਲੋਂ ਭਾਰਤ ਜੋੜੋ ਯਾਤਰਾ ਦੇ ਸ਼ਹਿਰ ਭਰ ਦੇ ਵਿੱਚ ਬੋਰਡ ਲਗਾਏ ਗਏ ਨੇ, ਪਰੰਤੂ ਜ਼ਿਲ੍ਹਾ ਪ੍ਰਧਾਨ ਮੋਗਾ ਜੀ ਦੇ ਵਿੱਚੋਂ ਫੋਟੇ ਗਾਇਬ ਹੈ, ਕਿਉਂਕਿ ਇਹ ਵੀ ਜ਼ਿਲ੍ਹਾ ਪ੍ਰਧਾਨਗੀ ਦੀ ਦੌੜ ਵਿੱਚ ਸਨ ਅਤੇ ਉਹ ਵੀ ਜ਼ਿਲ੍ਹਾ ਪ੍ਰਧਾਨਗੀ ਦੀ ਦੌੜ ਵਿੱਚ ਸੀ। ਤੇ ਕਿਸ ਤਰ੍ਹਾਂ ਫਿਰ ਜਿਹੜੇ ਆਮ ਜਨਤਾ ਨੂੰ ਤੁਸੀਂ ਆਪਣੇ ਨਾਲ ਜੋੜ ਸਕਦੇ ਹੋ? ਕਿਉਂਕਿ ਕਾਂਗਰਸੀ ਅੰਦਰੂਨੀ ਤਾਂ ਗੁੱਟਬੰਦੀ ਅਜੇ ਵੀ ਬਰਕਰਾਰ ਹੈ ਜੀ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਦੇਖੋ, ਜਿਹੜੀ ਡਿਸਕਸ਼ਨ ਆ ਉਹ ਜਿੰਦਾ ਡੈਮੋਕ੍ਰੇਸੀ ਦੀ ਮਿਸਾਲ ਆ। ਜਦੋਂ ਆਪਸ ਵਿੱਚ ਡਿਸਕਸ਼ਨ ਨਹੀਂ ਨਾ ਹੁੰਦੀ, ਮੈਂ ਹਮੇਸ਼ਾ ਇੱਕ ਗੱਲ ਦਾ ਧਾਰਨੀ ਆ, ਮੈਂ ਖਿਡਾਰੀ ਹੋਣ ਕਰਕੇ ਅਸੀਂ ਕਈ ਵਾਰੀ ਟੀਮ ਦੇ ਵਿੱਚ ਕਮਰੇ 'ਚ ਬਹਿ ਕੇ ਇੱਕ ਦੂਸਰੇ ਨਾਲ ਗਾਲੋ ਗਾਲੀ ਵੀ ਹੋ ਲੈਂਦੇ ਸੀ ਵੀ ਇੱਥੋਂ ਦੀ ਬਾਲ ਲੰਘਿਆ ਤੇ ਲੰਘਿਆ ਕਿਉਂ। ਕਿਉਂਕਿ ਜਿੱਥੇ ਡੈਮੋਕ੍ਰੇਸੀ ਜਿੰਦਾ ਹੁੰਦੀ ਆ ਉੱਥੇ ਡਿਫਰੈਂਸ ਆਫ ਓਪੀਨੀਅਨ ਦਾ ਹੋਣਾ ਲਾਜ਼ਮੀ ਆ, ਔਰ ਮੈਨੂੰ ਲੱਗਦਾ ਕਿ ਅਸੀਂ ਹੌਲੀ ਹੌਲੀ ਇਹਨੂੰ ਬਿਲਕੁਲ ਠੀਕ ਕਰ ਲਵਾਂਗੇ। ਕੋਈ ਨਹੀਂ, ਉਹ ਵੀ ਸਾਡੇ ਹੀ ਭਰਾ ਹੈਗੇ ਆ, ਜਿੱਥੇ ਕਿਤੇ ਗਲਤੀ ਵੀ ਹੁੰਦੀ ਆ ਔਰ ਡਿਫਰੈਂਸ ਆਫ ਓਪੀਨੀਅਨ ਹੋਣੀ ਚਾਹੀਦੀ ਆ ਸੋਸਾਇਟੀ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਵੀ ਕਿਤੇ ਕਿਸੇ ਵੀ ਪਲੈਟਫਾਰਮ 'ਤੇ ਡਿਸਕਸ਼ਨ ਕਰਦੇ ਆ ਅਤੇ ਹਰ ਬੰਦਾ ਆਪਣੇ ਮਾਈਂਡ ਨਾਲ, ਆਪਣੇ ਤਜਰਬੇ ਨਾਲ, ਆਪਣੇ ਸੋਚ ਦੇ ਮੁਤਾਬਕ ਉੱਥੇ ਆਪਣੀ ਗੱਲ ਰੱਖਦਾ, ਪਰ ਐਂਡ ਆਫ ਦਾ ਡੇ ਅਸੀਂ ਉਹ ਗੱਲ ਕਰਨੀ ਹੁੰਦੀ ਆ ਜਿਹੜੀ ਸੁਸਾਇਟੀ ਦੇ ਭਲੇ। ਰਾਹੁਲ ਗਾਂਧੀ ਜੀ ਵੱਲੋਂ ਚਿੱਠੀ ਲਿਖੀ ਗਈ ਹੈ ਪੰਜਾਬ ਸਰਕਾਰ ਨੂੰ ਕਿ ਯਾਤਰਾ ਮੇਰੀ ਪਹੁੰਚ ਰਹੀ ਹੈ, ਇਹ ਭਾਰਤ ਜੋੜੋ ਯਾਤਰਾ। ਸੁਰੱਖਿਆ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਵਿੱਚ ਡਰ ਦਾ ਮਾਹੌਲ ਹੈ, ਸਹਿਮ ਦਾ ਮਾਹੌਲ ਹੈ, ਵੱਧ ਸੁਰੱਖਿਆ ਦੀ ਮੰਗ। ਨਹੀਂ, ਦੇਖੋ, ਸਾਡੇ ਕੇ.ਸੀ. ਵੇਣੂਗੋਪਾਲ ਜੀ ਨੇ ਇਹ ਚਿੱਠੀ ਲਿਖੀ ਹੈਗੀ ਆ ਔਰ ਹੋਮ ਮਿਨਿਸਟਰ ਨੂੰ ਵੀ ਲਿਖੀ ਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਜਾਂ ਜੋ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈਗੀ ਆ, ਸੋ ਮੈਨੂੰ ਲੱਗਦਾ ਕਿ ਇਹ ਡੈਮੋਕ੍ਰੇਸੀ ਦੀ ਬਿਊਟੀ ਆ ਕਿ ਮੈਨੂੰ ਨਹੀਂ ਲੱਗਦਾ ਜ਼ਿੰਦਗੀ ਦੇ ਵਿੱਚ ਕਿ ਕੋਈ ਬੰਦਾ ਗਲਤੀ ਨਹੀਂ ਕਰਦਾ, ਗਲਤੀ ਕਰਦਾ, ਲੇਕਿਨ ਉਹਨੂੰ ਕਰੈਕਸ਼ਨ ਕਰਨ ਲਈ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਣਨੀ ਚਾਹੀਦੀ ਆ, ਔਰ ਇਹ ਉਸ ਕਰੈਕਸ਼ਨ ਲਈ ਹੀ ਰਾਹੁਲ ਗਾਂਧੀ ਜਿਹੜੀ ਉਹ ਅੱਗੇ ਵਧ ਰਹੇ ਆ। ਸਰ, CISF ਜਿਹੜੀ ਸਿਕਿਉਰਿਟੀ ਦੇਖ ਰਹੀ ਆ, ਉਹਦੇ ਵੱਲੋਂ ਰੀਸੈਂਟ ਬਿਆਨ ਆਇਆ ਕਿ ਜਿਸ ਬੰਦੇ ਨੂੰ ਪ੍ਰੋਟੈਕਟ ਕਰ ਰਹੇ ਆ ਆਪਾਂ, ਉਹਨਾਂ ਵੱਲੋਂ ਹੀ ਜਿਹੜੀ ਗਾਈਡਲਾਈਨ ਦਾ ਉਲੰਘਣ ਕੀਤਾ ਜਾਂਦਾ ਹੈ, ਤਾਂ ਫਿਰ ਉਸ ਵਕਤ ਅਸੀਂ ਸੁਰੱਖਿਆ ਜਿਹੜੀ ਉਹ ਕਿਸ ਤਰੀਕੇ ਨਾਲ ਕਰ ਸਕਦੇ ਤਾਂ ਰਾਹੁਲ ਗਾਂਧੀ ਇਸ ਦੇ ਵਿੱਚ ਕਿਸ ਤਰੀਕੇ ਨਾਲ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਉਹ ਬਿਲਕੁਲ ਜੋ ਉਹਨਾਂ ਦੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਹੀ ਕੰਮ ਕਰਦੇ ਆ, ਲੇਕਿਨ ਅਸੀਂ ਸਾਰੇ ਇਹ ਚਾਹਾਂਗੇ ਵੀ ਆਪਾਂ ਸਾਰੇ ਹੀ ਉਹਦਾ ਹਿੱਸਾ ਬਣੀਏ। ਤੁਸੀਂ ਵੀ, ਮੈਂ ਤੁਹਾਨੂੰ ਵੀ ਇਨਵਾਈਟ ਕਰੂੰਗਾ ਕਿ ਤੁਸੀਂ ਵੀ ਦੇਖੋ, ਜ਼ਿੰਦਗੀ ਦੇ ਵਿੱਚ ਮੈਂ ਨਹੀਂ ਕਹਿੰਦਾ ਖਬਰਾਂ ਬਣਾਉਣ ਲਈ ਹੋਰ ਗੱਲਾਂ ਬਹੁਤ ਹੁੰਦੀਆਂ, ਪਰ ਜਦੋਂ ਦੇਸ਼ ਦੀ ਗੱਲ ਆਉਂਦੀ ਆ, ਜਦੋਂ ਇੰਸਟੀਟਿਊਸ਼ਨਸ ਦੀ ਗੱਲ ਆਉਂਦੀ ਆ, ਅਤੇ ਆਪਾਂ ਸਾਰੇ ਹੀ, ਕਿਉਂਕਿ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ, ਚਾਹੇ ਕੋਈ ਪੱਤਰਕਾਰ ਹੋਵੇ, ਆਪਣੇ ਬੱਚਿਆਂ ਨੇ ਵੀ ਕੱਲ੍ਹ ਨੂੰ ਇੱਥੇ ਰਹਿਣਾ, ਆਪਾਂ ਵੀ ਇਸ ਸੁਸਾਇਟੀ ਦੇ ਵਿੱਚ ਰਹਿਣਾ। ਆਪਾਂ ਹੋ ਸਕਦਾ ਕੱਲ੍ਹ ਨੂੰ ਕਿਸੇ ਅਹੁਦੇ 'ਤੇ ਨਾ ਹੋਈਏ, ਆਪਾਂ ਹੋ ਸਕਦਾ ਕਿਸੇ ਅਖਬਾਰ ਦੇ ਪੱਤਰਕਾਰ ਨਾ ਹੋਈਏ, ਕਿਸੇ ਚੈਨਲ ਦੇ ਪੱਤਰਕਾਰ ਨਾ ਹੋਈਏ, ਪਰ ਅਸੀਂ, ਸਾਡੇ ਬੱਚਿਆਂ ਨੇ, ਸਾਡੀ ਸੁਸਾਇਟੀ ਨੇ ਤਾਂ ਇੱਥੇ ਰਹਿਣਾ। ਸੋ ਆਪਾਂ ਸੁਸਾਇਟੀ ਨੂੰ ਪ੍ਰਕਿਓਰ ਕਰਨ ਲਈ, ਸੁਸਾਇਟੀ ਨੂੰ ਚੰਗੇ ਪਾਸੇ ਨੂੰ ਸੋਚ ਲਿਜਾਣ ਲਈ ਆਪਾਂ ਇਹਦਾ ਹਿੱਸਾ ਬਣੀਏ। ਸਰ, ਅੰਮ੍ਰਿਤਪਾਲ ਸਿੰਘ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਵੇਖਦੇ ਹੋ? ਜਿਸ ਤਰ੍ਹਾਂ ਉਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਲਗਾਤਾਰ, ਪਿਛਲੇ ਦਿਨੀ ਗੁਰਦੁਆਰਾ ਸਾਹਿਬਾਨਾਂ 'ਚ ਜਾ ਕੇ ਉਹਨਾਂ ਵੱਲੋਂ ਜਿਹੜੇ ਸੋਫਿਆਂ ਕੁਰਸੀਆਂ ਦੇ ਉਹਨਾਂ ਦੇ ਸਮਰਥਕਾਂ, ਦੇਖੋ, ਮੈਨੂੰ ਲੱਗਦਾ ਇਸ ਯਾਤਰਾ ਦੇ ਨਾਲ ਇਹਨੂੰ ਜੋੜ ਕੇ ਨਾ ਦੇਖਿਆ ਜਾਵੇ। ਦੇਖੋ, ਜੇ ਤਾਂ ਕੋਈ ਯਾਤਰਾ ਨਾਲ ਨਹੀਂ ਸਰ, ਦੇਖੋ ਉਹ ਤਾਂ, ਦੇਖੋ ਜੇ ਤਾਂ ਕੋਈ ਚੰਗੀ ਗੱਲ ਕਰਦੇ ਆ
ਮੈਨੂੰ ਲੱਗਦਾ ਜੇ ਕਿਤੇ ਨੌਜਵਾਨ ਪੀੜ੍ਹੀ ਨੂੰ ਉਹ ਅੰਮ੍ਰਿਤ ਛਕਾਉਣ ਦੀ ਗੱਲ ਕਰਦੇ ਆ, ਜੇ ਕਿਤੇ ਡਰੱਗਸ ਤੋਂ ਪਰਾਂ ਲਿਜਾਣ ਦੀ ਗੱਲ ਕਰਦੇ ਆ, ਮੈਨੂੰ ਲੱਗਦਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਸਰ ਵਿੱਚ ਇਹ ਵੀ ਆਇਆ ਸੀ ਕਿ ਉਹ ਅੰਮ੍ਰਿਤਪਾਲ ਕਹਿ ਰਹੇ ਸੀਗੇ ਕਿ ਜਿਹੜਾ ਸੰਵਿਧਾਨ ਸਾਨੂੰ ਸਿੱਖ ਹਿੰਦੂ ਉਹ ਸਿੱਖ ਹੈ ਜਿਹਨੇ ਸਿਰਫ ਕੇਸ ਰੱਖੇ ਹੋਏ ਆ ਪਰ ਹੈ ਹਿੰਦੂ, ਤਾਂ ਉਹ ਸਾਨੂੰ ਰੈਕੋਗਨਾਈਜ਼ ਨਹੀਂ ਕਰਦਾ, ਤਾਂ ਅਸੀਂ ਉਸ ਸੰਵਿਧਾਨ ਨੂੰ ਕਿਸ ਤਰੀਕੇ ਨਾਲ ਰੈਕੋਗਨਾਈਜ਼ ਕਰੀਏ? ਦੇਖੋ, ਇਹ ਸਾਰੀਆਂ ਕਹਿਣ ਦੀਆਂ ਗੱਲਾਂ ਹੁੰਦੀਆਂ। ਮੈਨੂੰ ਲੱਗਦਾ ਜਿਹੜੀ ਸਮਾਜ ਲਈ, ਜਿਹੜੀ ਹਿੰਦੁਸਤਾਨ ਲਈ, ਜਿਹੜੀ ਪੰਜਾਬ ਲਈ, ਜਿਹੜੀ ਸਿੱਖੀ ਲਈ, ਜਿਹੜੀ ਕਿਸੇ ਵੀ ਧਰਮ ਲਈ ਚੰਗੀ ਚੀਜ਼ ਆ, ਮੈਨੂੰ ਲੱਗਦਾ ਉਹਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ। ਹਾਂ, ਜਿਹੜੀ ਮਾਡਲ ਟਾਊਨ ਜਲੰਧਰ ਦੇ ਵਿੱਚ ਕੁਰਸੀਆਂ ਸਾੜਨ ਦੀ ਗੱਲ ਹੈਗੀ ਆ, ਕਿਉਂਕਿ ਉਹ ਕੁਰਸੀਆਂ ਉਹ ਲਗਭਗ, ਮੈਂ ਵੀ ਉੱਥੇ ਮਾਡਲ ਟਾਊਨ ਮੇਰੀ ਕੌਂਸਟੀਚੁਐਂਸੀ ਦੇ ਵਿੱਚ ਹੀ ਪੈਂਦਾ, 3 ਫੁੱਟ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ਿਤ ਨੇ ਉਹਦੇ ਤੋਂ ਥੱਲੇ ਹੈਗੀਆਂ। ਕਈ ਬਜ਼ੁਰਗ ਜਿਹੜੇ ਆ ਉਹ ਮੰਨ ਲਓ ਉਹਨਾਂ ਦੇ ਗੋਡੇ ਕਿਸੇ ਦੇ ਦੁਖਦੇ ਆ, ਕਈ ਵਾਰੀ ਉਹ ਬਹਿ ਨਹੀਂ ਸਕਦੇ ਥੱਲੇ, ਕਈ ਵਾਰੀ ਪ੍ਰੈਗਨੈਂਟ ਲੇਡੀਜ਼ ਗੁਰਦੁਆਰਾ ਸਾਹਿਬ ਆਉਂਦੀਆਂ। ਸੋ ਮੈਨੂੰ ਲੱਗਦਾ ਉਹ ਗੱਲ ਠੀਕ ਨਹੀਂ ਹੈਗੀ। ਬਾਕੀ ਜਿਹੜਾ ਸਮਾਜ ਦੇ ਵਿੱਚ ਕੋਈ ਚੰਗੇ ਭਲੇ ਦੀ ਗੱਲ ਕਰਦਾ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉਹਦੇ 'ਚ ਕੋਈ ਕਿੰਤੂ ਪਰੰਤੂ ਕਰਨਾ ਚਾਹੀਦਾ, ਕਿਉਂਕਿ ਇੰਨੀਆਂ NGOs ਕੰਮ ਕਰਦੀਆਂ। ਜੇ ਅੰਮ੍ਰਿਤਪਾਲ ਜੀ ਵੀ ਚੰਗਾ ਕੰਮ ਕਰਦੇ ਆ ਤਾਂ ਮੈਨੂੰ ਕੋਈ ਇਹਦੇ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਲੱਗਦੀ। ਹਾਂ, ਉਹ ਜਦੋਂ ਦੇਸ਼ ਦੀ ਗੱਲ ਆਉਂਦੀ ਆ, ਜਦੋਂ ਸਮਾਜ ਦੀ ਗੱਲ ਆਉਂਦੀ ਆ, ਜਦੋਂ ਚੰਗੀ ਚੀਜ਼ ਕਰਦੇ ਆ, ਮੈਨੂੰ ਲੱਗਦਾ ਸਾਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਕੋਈ ਬੰਦਾ ਚੰਗਾ ਕੰਮ ਕਰੇ, ਇਨਕਰੇਜ ਹੋਵੇ। ਸਰ ਇੱਕ ਸਵਾਲ ਤੁਸੀਂ ਕਹਿ ਰਹੇ ਵੀ ਭਾਰਤ ਜੋੜੋ ਯਾਤਰਾ ਦੇਸ਼ ਨੂੰ ਜੋੜ ਰਹੀ ਹੈ, ਤੇ ਇਹਨਾਂ ਨੇ ਸਵਾਲ ਪੁੱਟ ਕੀਤਾ ਹੈ ਵੀ ਤੁਹਾਡੀ ਪਾਰਟੀ ਵਿੱਚ ਕੁਝ ਅੰਦਰੂਨੀ ਕਲਾ ਕਲੇਸ਼ ਵੀ ਹੈਗਾ, ਤੇ ਸਰ ਵਿਸ਼ਵਨਾਥ ਬੰਟੀ ਜੀ ਨੂੰ ਇਸ ਪ੍ਰੈਸ ਕਾਨਫਰੰਸ ਬੁਲਾਇਆ ਗਿਆ? ਮੈਂ ਕੱਲ੍ਹ ਮੇਰੇ ਨਾਲ ਸੀਗੇ, ਉਹ ਕਿਸੇ ਕੰਮ ਕਰਕੇ ਬਿਜ਼ੀ ਹੋ ਗਿਆ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਦੇਖੋ, ਡਿਫਰੈਂਸ ਆਫ ਓਪੀਨੀਅਨ ਦਾ ਹੋਣਾ, ਮੈਂ ਫਿਰ ਕਹਿਣਾ, ਡਿਫਰੈਂਸ ਆਫ ਓਪੀਨੀਅਨ ਦਾ ਹੋਣਾ ਜਿੰਦਾ ਡੈਮੋਕ੍ਰੇਸੀ ਦੀ ਮਿਸਾਲ ਆ। ਐਕਚੁਅਲੀ ਹੋਇਆ ਕੀ ਆ, ਮੈਂ ਇਹਦੇ 'ਚ ਕੋਈ ਡਿਨਾਈ ਨਹੀਂ ਕਰਦਾ, ਪਾਰਟੀਆਂ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਘਟੀ ਆ। ਅਸੀਂ ਪੇਸ਼ੈਂਸ ਘੱਟ ਹੋਏ ਆ। ਆਮ ਜਿਹੜੀ ਸੁਸਾਇਟੀ ਆ, ਜਿਹੜੀ ਇਹ ਡਿਸਕਸ਼ਨ ਆ, ਡਿਸਕਸ਼ਨ ਤੋਂ ਬਾਅਦ ਜਿਹੜੇ ਡਿਸੀਜਨ ਹੋਣੇ ਆ ਉਹ ਹੋਣੇ ਚਾਹੀਦੇ ਆ। ਜੀ ਸਰ, ਮੇਰਾ ਸਵਾਲ ਸੀਗਾ ਵੀ ਕੀ ਉਹਨਾਂ ਨੂੰ ਇਸ ਪ੍ਰੈਸ ਕਾਨਫਰੰਸ ਮੇਰੀ ਕੱਲ੍ਹ ਵੀ ਗੱਲ ਹੋਈ ਸੀਗੀ, ਕੱਲ੍ਹ ਵੀ ਮੇਰੀ ਗੱਲ ਹੋਈ ਸੀ, ਅਸੀਂ ਇਕੱਠਿਆਂ ਹੀ ਚਾਹ ਵੀ ਪੀਤੀ ਆ ਔਰ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ, ਲੇਕਿਨ ਬਾਈ ਚਾਂਸ ਉਹ ਕਿਸੇ ਕੰਮ ਕਰਕੇ ਬਿਜ਼ੀ ਹੋ ਗਏ। ਅਦਰਵਾਈਜ਼ ਕੋਈ ਇਹੋ ਜਿਹੀ ਗੱਲ ਨਹੀਂ ਹੈ। ਸਾਡਾ ਦੋਸਤ ਹੈ, ਸਾਡਾ ਛੋਟਾ ਭਾਈ ਹੈ, ਕਿਤੇ ਉਹਦੀ ਵੀ ਡਿਫਰੈਂਸ ਆਫ ਓਪੀਨੀਅਨ ਹੈ ਤਾਂ ਜ਼ਰੂਰ ਡੈਫੀਨੇਟਲੀ ਸੋਲਵ ਕਰਾਂਗੇ। ਓਕੇ ਸਰ। ਸਰ ਸੁਨੀਲ ਜਾਖੜ ਇੱਕ ਸਵਾਲ ਚੱਕ ਰਹੇ ਨੇ, ਕਹਿ ਰਹੇ ਨੇ ਰੱਜਾ ਜੀ ਚੰਨੀ ਨੂੰ ਲਿਆ ਤੇ ਆਪਣਾ ਨਵਜੋਤ ਸਿੰਘ ਸਿੱਧੂ ਬਾਹਰ ਆ ਰਹੇ 26 ਅਪ੍ਰੈਲ ਨੂੰ, ਉਹਦੇ ਸਵਾਲ ਚੱਕ ਰਹੇ ਤੇ ਤੁਹਾਡਾ ਕੀ ਕਹਿਣਾ? ਦੇਖੋ ਦੋਸਤ, ਮੈਂ ਰਿਐਲਿਟੀ 'ਚ ਇਹ ਆ ਕਿ ਜਿਹੜੀ ਪਰਸਨੈਲਿਟੀ ਬੇਸ ਪੋਲੀਟਿਕਸ ਆ ਨਾ, ਮੈਂ ਉਹਦੇ ਖਿਲਾਫ। ਪਿਛਲੇ 9 ਮਹੀਨਿਆਂ 'ਚ ਪੰਜਾਬ ਨੂੰ ਔਰ ਪੱਤਰਕਾਰਾਂ ਨੂੰ ਪੰਜਾਬ ਬਾਰੇ ਕੋਈ ਗੱਲ ਸੁਣੀ ਆ? ਸਿਰਫ ਲੋਕੀ ਇਹ ਗੱਲ ਆ ਵੀ ਨਵਜੋਤ ਸਿੰਘ ਸਿੱਧੂ ਆਹ ਕਰਨ ਲੱਗਿਆ, ਜਾਖੜ ਜੀ ਆਹ ਕਰਨ ਲੱਗੇ ਆ, ਭਗਵੰਤ ਮਾਨ ਜੀ ਕਹਿੰਦੇ ਆ ਵੀ ਰਾਜਾ ਵੜਿੰਗ ਆਹ ਕਰਦਾ, ਰਾਜਾ ਵੜਿੰਗ ਕਹਿੰਦਾ ਭਗਵੰਤ ਮਾਨ ਆਹ ਗੱਲ ਕਰਦਾ। ਪਰ ਯਾਰ ਪੰਜਾਬ ਦੀ ਗੱਲ ਵੀ ਆਪਾਂ ਕਰ ਲਈਏ, ਆਪਾਂ ਕਿਉਂ ਪਰਸਨੈਲਿਟੀ ਬੇਸ, ਉਹਦੇ 'ਚੋਂ ਕੁਛ ਨਹੀਂ ਨਿਕਲਣਾ। ਉਹ ਪਰਸਨੈਲਿਟੀ ਪਰਾਂ ਹੋ ਗਈ ਅਤੇ ਉਹ ਖਬਰ ਪਰਾਂ ਹੋ ਗਈ। ਲੇਕਿਨ ਪੰਜਾਬ ਦੀ ਦੇਖੋ, ਆਮ ਆਦਮੀ ਪਾਰਟੀ ਦੀ ਜੇ ਮੈਂ ਗੱਲ ਕਰ ਲਵਾਂ, ਇਹ 9 ਮਹੀਨੇ ਪਹਿਲਾਂ ਆਏ ਆ। ਮੈਂ ਬਹੁਤ ਘੱਟ ਬੋਲਿਆ, ਉਹ ਇਸ ਕਰਕੇ ਬਹੁਤ ਘੱਟ ਬੋਲਿਆ ਵੀ ਠੀਕ ਹੈ, ਸਮਾਂ ਮਿਲਣਾ ਚਾਹੀਦਾ। ਅੱਜ ਰੇਤਾ ਦੇ ਭਾਅ ਕਿੱਥੇ ਆ? 28 ਰੁਪਏ ਨੂੰ ਫੁੱਟ ਫਿਕਸ ਕੀਤਾ ਔਰ ਉਹਦੇ ਤੋਂ ਬਾਅਦ ਟਰਾਂਸਪੋਰਟੇਸ਼ਨ ਹੈ 30,000 ਕਰੋੜ ਰੁਪਈਆ। ਜਿਹੜੇ ਕਹਿੰਦੇ ਸੀ ਵੀ ਅਸੀਂ ਨੈਗੇਟਿਵ ਡੈਟ ਨੂੰ ਪੋਜ਼ੀਟਿਵ ਡੈਟ ਦੇ ਵਿੱਚ ਕਨਵਰਟ ਕਰਾਂਗੇ, 30,000 ਕਰੋੜ ਰੁਪਈਆ ਪਹਿਲੇ 9 ਮਹੀਨਿਆਂ 'ਚ ਲੈ ਲਿਆ, ਪਹਿਲੀਆਂ 3 ਤਿਮਾਹੀਆਂ 'ਚ ਲੈ ਲਿਆ। ਅੱਛਾ, ਜਿਹੜੇ ਕਹਿੰਦੇ ਸੀ ਵੀ ਸਾਡੇ ਕੋਲ 54,000 ਕਰੋੜ ਰੁਪਏ, ਇਹਨਾਂ ਦੇ ਸੁਪਰੀਮੋ ਵੀ 54,000 ਕਰੋੜ ਰੁਪਇਆ ਤੋਂ ਹਮ ਅਰੇਂਜ ਕਰਕੇ ਆਏ हैं, ਉਹ ਕਿੱਥੇ ਗਿਆ 54,000 ਕਰੋੜ ਰੁਪਈਆ? ਜੇ 30,000 ਕਰੋੜ ਰੁਪਈਆ, ਹਾਂ ਇੱਕ ਕੰਮ ਕੀਤਾ ਵੀ ਜਿਹੜਾ 40 ਤੋਂ 50 ਕਰੋੜ ਦਾ ਪਬਲਿਸਿਟੀ ਦਾ ਬਜਟ ਸੀਗਾ ਉਹਨੂੰ ਵਧਾ ਕੇ 700 ਕਰੋੜ ਕਰ ਦਿੱਤਾ ਤੇ 300 ਕਰੋੜ ਉਹਨਾਂ ਵਿੱਚੋਂ ਬਾਹਰ ਦੀਆਂ ਜਿਹੜੀਆਂ ਪੰਜਾਬ ਦੀਆਂ ਅਖਬਾਰਾਂ ਵੀ ਹੈ ਨਹੀਂ, ਪੰਜਾਬ ਦੀ ਪਬਲਿਸਿਟੀ ਨਾਲ ਉਹਨਾਂ ਦਾ ਕੋਈ ਮਤਲਬ ਵੀ ਹੈ ਨਹੀਂ, ਉਹ ਜਿਹੜਾ 300 ਕਰੋੜ ਰੁਪਈਆ ਉਹ ਬਾਹਰਲੇ ਸੂਬਿਆਂ ਨੂੰ ਜ਼ਰੂਰ ਦਿੱਤਾ। ਇਹ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਐਂਡ ਲਾ ਐਂਡ ਆਰਡਰ ਜਿਹੜੀ ਆ ਉਹ ਜਿਹੋ ਜੀ ਸਾਰਿਆਂ ਨੂੰ ਹੋ ਗਈ ਆ, ਉਹ ਸਾਰਿਆਂ ਨੂੰ ਕੋਈ ਉਹਦੇ ਵਿੱਚ ਭੁਲੇਖਾ ਨਹੀਂ ਹੈਗਾ। ਅੱਛਾ, ਜਿਹੜੀ ਐਕਸਾਈਜ਼ ਪਾਲਿਸੀ ਦੀ ਗੱਲ ਕਰਦੇ ਸੀ, ਜਿਹੜੀ 10,000 ਕਰੋੜ ਦੀ ਗੱਲ ਕਰਦੇ ਸੀ, ਤਾਂ ਮੈਨੂੰ ਲੱਗਦਾ ਵੀ ਉਹ ਜਿਹੜੇ ਠੇਕੇਦਾਰ ਪਹਿਲੇ ਆ ਉਹ ਵੀ ਭੱਜਣ ਨੂੰ ਤੁਰੇ ਫਿਰਦੇ ਹੈਗੇ ਆ। ਸੋ ਆ ਜੀਰੇ ਦੇ ਵਿੱਚ ਕੀ ਹੋ ਰਿਹਾ? ਕਿਉਂਕਿ ਮੈਂ ਐਕਚੁਅਲੀ ਅਸਲੀ ਗੱਲ ਹੈ, ਜੇ ਕੋਈ ਜੀਰੇ ਦੀ ਗੱਲ ਮੇਰੇ ਨਾਲ ਕਰੇ ਨਾ, ਮੈਂ ਭੁਗਤ ਚੁੱਕਾ ਆਪਣੇ ਹਲਕੇ ਦੇ ਵਿੱਚ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ। ਉਹ ਵੇਸਟ ਮੈਨੇਜਮੈਂਟ ਪ੍ਰੋਜੈਕਟ
ਪੋਲਿਊਸ਼ਨ ਬੋਰਡ ਨੇ ਪਾਸ ਕਰ ਦਿੱਤਾ, ਇੱਕ ਸਟੇਟ ਦੀ ਇੰਪੈਕਟ ਕਮੇਟੀ ਹੁੰਦੀ ਆ, ਉਹਨੂੰ ਅਸੈਸਮੈਂਟ ਇੰਪੈਕਟ ਕਮੇਟੀ ਕਹਿੰਦੇ ਆ, ਚੀਫ ਸੈਕਟਰੀ ਦੇ ਅੰਡਰ, ਉਹਨੇ ਪਾਸ ਕਰ ਦਿੱਤਾ, NGT ਨੇ ਪਾਸ ਕਰ ਦਿੱਤਾ, ਪਰ ਕਿਸੇ ਨੇ ਉਹਦਾ ਬੇਸ ਨਹੀਂ ਦੇਖਿਆ। ਔਰ ਮੈਂ ਬੜਾ ਕਲੀਅਰ ਹੈ ਵੀ ਜੀਰੇ ਦੇ ਵਿੱਚ ਇਹਨਾਂ ਲੋਕਾਂ ਨੇ ਜਿਹੜੇ ਬੇਸਿਕ ਪੈਰਾਮੀਟਰ ਆ, ਕਿਉਂਕਿ ਜਦੋਂ ਸੁਣਵਾਈ ਕਰਦੇ ਆ ਨਾ ਇਹ ਪਬਲਿਕ ਦੇ ਆਬਜੈਕਸ਼ਨਸ ਮੰਗਦੇ ਆ, ਇਹ ਕਮਰਿਆਂ 'ਚ ਬਹਿ ਕੇ ਕਰ ਲੈਂਦੇ ਆ, ਕਿਉਂਕਿ ਇਹ ਜਿਹੜੀਆਂ ਇੰਸਟੀਟਿਊਸ਼ਨ, ਮੈਂ ਕਿਉਂ ਕਹਿੰਦਾ ਇੰਸਟੀਟਿਊਸ਼ਨ ਡਿਮੋਲਿਸ਼ ਹੋ ਰਹੀਆਂ, ਕਿਉਂਕਿ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਉੱਥੇ ਬੰਦੇ ਜਿਹੜੇ ਆ ਬਿਮਾਰ ਹੋ ਰਹੇ ਆ, ਕਿਸੇ ਦੀ ਕਿਡਨੀ ਖਰਾਬ ਹੋ ਰਹੀ ਆ, ਅਤੇ ਮੈਂ ਬੜਾ ਕਲੀਅਰ ਹਾਂ, ਆਫੀਸਰ ਵੀ ਮਿਸਗਾਈਡ ਹੁੰਦੇ ਆ, ਕਿਉਂਕਿ ਇਹ ਡਿਪਾਰਟਮੈਂਟ ਆਪਣੀ ਜਗ੍ਹਾ ਕੰਮ ਨਹੀਂ ਕਰਦੇ। ਔਰ ਮੈਨੂੰ ਲੱਗਦਾ ਕਿ ਜ਼ੀਰੇ ਦੇ ਵਿੱਚ ਵੀ ਉਹ ਕੰਮ ਹੋਇਆ ਨਹੀਂ ਹੈਗਾ, ਔਰ ਮੈਨੂੰ ਲੱਗਦਾ ਇਹੋ ਜਿਹੇ ਜਿਹੜੇ ਆਫੀਸਰ ਆ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ।